Hello students. So our today's topic is fertilization and implantation. आज ਆਪਾਂ ਦੇਖਾਂਗੇ fertilization and implantation ਬਾਰੇ। ਆਪਾਂ ਦੇਖਾਂਗੇ how zygote get formed. Zygote ਕਿੱਦਾਂ ਬਣਦਾ ਹੈ from fertilization of ovum and sperm and ਇਹਦੇ ਵਿੱਚ ਕਿਹੜੇ ਚੇਂਜਸ ਆਉਂਦੇ ਨੇ। ਅੱਗੇ ਜਾ ਕੇ zygote ਦੀ implantation ਕਿੱਥੇ ਹੁੰਦੀ ਹੈ ਤੇ ਇਹ ਜਿਹੜਾ zygote ਹੈ ਇਹ ਐਮਬ੍ਰੀਓ ਵਿੱਚ ਕਨਵਰਟ ਕਿੱਦਾਂ ਹੁੰਦਾ ਹੈ। ਇਹ ਸਭ ਆਪਾਂ ਅੱਜ ਦੇਖਾਂਗੇ ਇਸ ਟੌਪਿਕ ਦੇ ਵਿੱਚ। So, insemination. Insemination ਕੀ ਹੁੰਦਾ? It is a process in which during coitus the semen from penis of the male is released into the vagina of the female. ठीक है, insemination ਦੇ ਵਿੱਚ ਕੀ ਹੁੰਦਾ ਹੈ? ਜਿਹੜਾ ਮੇਲ ਪਾਰਟਨਰ ਹੈ during a coitus during copulation ਉਸ ਮੇਲ ਪਾਰਟਨਰ ਦੇ ਪੈਨਿਸ ਦਾ ਜਿਹੜਾ ਸੈਮਨ ਹੁੰਦਾ ਹੈ ਉਹ ਫੀਮੇਲ ਦੇ ਵਜਾਈਨਾ ਦੇ ਵਿੱਚ ਰਿਲੀਜ਼ ਹੁੰਦਾ ਹੈ। ਇਸ ਪ੍ਰੋਸੈਸ ਨੂੰ ਆਪਾਂ ਇਨਸੈਮੀਨੇਸ਼ਨ ਕਹਿੰਦੇ ਹਾਂ। ਇਨਸੈਮੀਨੇਸ਼ਨ ਹੋਊਗਾ then only fertilization can takes place। ਇਸ ਤੋਂ ਬਾਅਦ ਕੀ ਹੁੰਦਾ ਹੈ? ਜਿਹੜਾ ਮੋਟਾਈਲ ਸਪਰਮ ਹੈ ਸੈਮਨ ਦੇ ਵਿੱਚ ਜਿਹੜਾ ਸਪਰਮ ਪ੍ਰੈਜ਼ੈਂਟ ਹੈ ਉਹ ਸਵਿਮ ਕਰਕੇ ਕਿੱਥੇ ਪਹੁੰਚਦਾ ਹੈ? ਫੀਮੇਲ ਦੇ ਸਰਵਿਕਸ ਰੀਜਨ 'ਤੇ। ਇਸ ਤੋਂ ਅੱਗੇ ਉਹ ਯੂਟਰਸ ਵੱਲ ਜਾਂਦਾ ਹੈ ਐਂਡ ਫਾਈਨਲੀ ਜਿੱਥੇ ਕਿ ਇਹਦੀ ਫਰਟੀਲਾਈਜੇਸ਼ਨ ਹੋਣੀ ਹੈ ਵਿਦ ਓਵਮ that is ampullary region of fallopian tubes ਉੱਥੇ ਸਪਰਮ ਪਹੁੰਚਦਾ ਹੈ। ਠੀਕ ਹੈ, ਸੋ ਜਿਹੜਾ ਸਪਰਮ ਹੈ ਇਟ ਸਵਿਮਸ, ਇਹ ਕਿਹਨੂੰ ਕ੍ਰੋਸ ਕਰਕੇ ਜਾਂਦਾ ਹੈ? ਸਰਵਿਕਸ ਰੀਜਨ, ਫਿਰ ਯੂਟਰਸ ਤੋਂ ਅੱਗੇ ਜਾ ਕੇ ਕਿੱਥੇ ਇਹ ਪਹੁੰਚਦਾ ਹੈ? ਐਮਪੂਲਰੀ ਰੀਜਨ ਆਫ ਫਲੈਪੀਅਨ ਟਿਊਬ ਜਿਹੜਾ ਹੈ ਉੱਥੇ ਇਹ ਸਪਰਮ ਪਹੁੰਚਦਾ ਹੈ ਕਿਉਂਕਿ ਉੱਥੇ ਹੀ ਓਵਮ ਪ੍ਰੈਜ਼ੈਂਟ ਹੈ ਜਿੱਥੇ ਫਰਟੀਲਾਈਜੇਸ਼ਨ ਹੋਣੀ ਹੈ। ਇਸ ਤੋਂ ਇਲਾਵਾ ਸਾਈਡ ਬਾਏ ਸਾਈਡ ਜਿਹੜੀ ਓਵਰੀ ਹੈ, ਓਵਰੀ ਤੋਂ ਓਵਮ ਰਿਲੀਜ਼ ਹੋਇਆ ਹੈ ਐਂਡ ਓਵਮ ਵੀ ਕਿੱਥੇ ਪਹੁੰਚਿਆ ਹੈ? ਐਮਪੂਲਰੀ ਰੀਜਨ 'ਤੇ, ਐਮਪੂਲਰੀ ਰੀਜਨ ਆਫ ਫਲੈਪੀਅਨ ਟਿਊਬਸ 'ਤੇ। ਹੁਣ ਇੱਥੇ ਕੀ ਹੋਊਗੀ? ਸਪਰਮ ਅਤੇ ਓਵਮ ਦੀ ਫਰਟੀਲਾਈਜੇਸ਼ਨ ਉਦੋਂ ਹੀ ਪੋਸੀਬਲ ਹੈ ਜਦੋਂ ਸਪਰਮ ਅਤੇ ਓਵਮ ਐਟ ਅ ਸੇਮ ਟਾਈਮ ਇਹ ਐਮਪੂਲਰੀ ਰੀਜਨ 'ਤੇ ਪ੍ਰੈਜ਼ੈਂਟ ਹੋਣ। ਸੋ ਫਰਟੀਲਾਈਜੇਸ਼ਨ ਕੀ ਹੈ? ਇਟ ਇਜ਼ ਅ ਪ੍ਰੋਸੈਸ ਆਫ ਫਿਊਜ਼ਨ ਆਫ ਅ ਸਪਰਮ ਵਿਦ ਐਨ ਓਵਮ। ठीक है, the process of fusion of sperm with ovum is called fertilization. So you can see the diagram of the diagram of ovum. ovum ਦੇ ਜਿਹੜਾ diagram ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ it has cells of corona radiata. as you know that ਕਿ ਆਪਾਂ ਲਾਸਟ ਕਲਾਸ ਵਿੱਚ ਵੀ ਦੇਖਿਆ ਸੀਗਾ ਕਿ ਜਿਹੜੇ ਪ੍ਰਾਈਮੋਰਡੀਅਲ ਦੈਟ ਮੀਨਸ ਪ੍ਰਾਇਮਰੀ ਫੋਲੀਕਲ ਸੀਗੇ ਉਹ ਅੱਗੇ ਗਰੋ ਕਰਦੇ ਨੇ, ਫਰਦਰ ਗਰੋ ਕਰਦੇ ਨੇ ਅਤੇ ਅੱਗੇ ਜਾ ਕੇ ਉਹ ਗ੍ਰੈਫੀਅਨ ਫੋਲੀਕਲ ਬਣਾਉਂਦੇ ਨੇ। ਜਦੋਂ ਗ੍ਰੈਫੀਅਨ ਫੋਲੀਕਲ ਬਣਦੇ ਨੇ ਉਦੋਂ ਜਿਹੜਾ ਵੀ ਆਪਣਾ ਸੈਕੰਡਰੀ ਓਸਾਈਟ ਰਿਲੀਜ਼ ਹੁੰਦਾ ਹੈ ਉਹਦੇ ਸਰਾਊਂਡਿੰਗ ਗ੍ਰੈਫੀਅਨ ਫੋਲੀਕਲ ਦੀ ਲੇਅਰ ਰਹਿੰਦੀ ਹੈ। ਆਹ ਜਿਹੜੇ ਗ੍ਰੈਫੀਅਨ ਫੋਲੀਕਲ ਨੇ ਇਹ ਡਿਸਇੰਟੀਗ੍ਰੇਟ ਹੁੰਦੇ ਰਹਿੰਦੇ ਨੇ ਅਤੇ ਇਹ ਡਿਸਇੰਟੀਗ੍ਰੇਟ ਹੋ ਕੇ ਇੱਕ ਸ਼ੇਪ ਲੈ ਲੈਂਦੇ ਨੇ ਜਿਵੇਂ ਕਿ ਜਿਹਨੂੰ ਆਪਾਂ ਕਹਾਂਗੇ ਕਰੋਨਾ ਰੇਡੀਏਟਾ। ਠੀਕ ਹੈ, ਸੋ ਹੁਣ ਜਿਹੜੇ ਕਰੋਨਾ ਰੇਡੀਏਟਾ ਹੈ ਦੇ ਆਰ ਨਥਿੰਗ ਬਟ ਗ੍ਰੈਨੂਲੋਸਾ ਸੈਲਸ। ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਸੀਗੇ ਆਪਣੇ ਕਰੋਨਾ ਰੇਡੀਏਟਾ। ਇਸ ਤੋਂ ਅੰਦਰ ਇੱਕ ਆਪਾਂ ਨੂੰ ਗ੍ਰੀਨ ਕਲਰ ਦੀ ਲੇਅਰ ਵੇਖਣ ਨੂੰ ਮਿਲਦੀ ਪਈ ਹੈ। ਇਟ ਇਜ਼ ਨੋਨ ਐਜ਼ ਜ਼ੋਨਾ ਪੈਲਿਊਸਿਡਾ। ਠੀਕ ਹੈ, ਸੋ ਗ੍ਰੀਨ ਕਲਰ ਦੀ ਲੇਅਰ ਕਿਹੜੀ ਹੈ? ਜ਼ੋਨਾ ਪੈਲਿਊਸਿਡਾ। ਇਹ ਬਹੁਤ ਇੰਪੋਰਟੈਂਟ ਲੇਅਰ ਹੈ ਫॉर ਓਵਮਸ ਪ੍ਰੋਟੈਕਸ਼ਨ। ਠੀਕ ਹੈ, ਸੋ ਜਿਹੜੀ ਜ਼ੋਨਾ ਪੈਲਿਊਸਿਡਾ ਲੇਅਰ ਹੈ ਜਦੋਂ ਸਪਰਮ ਜਿਹੜਾ ਹੈ ਤੁਹਾਨੂੰ ਇੱਥੇ ਸਪਰਮ ਦਾ ਡਾਇਗਰਾਮ ਵੀ ਸ਼ੋ ਕੀਤਾ ਹੋਇਆ ਹੈ। ਜਿਹੜਾ ਸਪਰਮ ਹੈ ਜਦੋਂ ਇਹਦੀ ਫਿਊਜ਼ਨ ਹੁੰਦੀ ਹੈ ਓਵਮ ਦੇ ਨਾਲ, ਜਦੋਂ ਇਹਦੀ ਫਿਊਜ਼ਨ ਹੁੰਦੀ ਓਵਮ ਦੇ ਨਾਲ ਸਪਰਮ ਦੀ, ਉਦੋਂ ਸਭ ਤੋਂ ਪਹਿਲਾਂ ਮੇਨ ਕੰਮ ਕੀ ਹੈ ਸਪਰਮ ਦਾ? ਜਿਹੜਾ ਸਪਰਮ ਹੈ ਜਿਹੜਾ ਇਹਦਾ ਹੈਡ ਰੀਜਨ ਹੈ, ਸਪਰਮ ਦੇ ਹੈਡ ਰੀਜਨ ਦੇ ਵਿੱਚ ਜਿਹਨੂੰ ਆਪਾਂ ਐਕਰੋਜ਼ੋਮ ਕਹਿ ਦਿੰਦੇ ਹਾਂ, ਸਰਟਨ ਐਨਜ਼ਾਈਮਸ ਪ੍ਰੈਜ਼ੈਂਟ ਹੁੰਦੇ ਨੇ ਜੋ ਕਿ ਇਸ ਜ਼ੋਨਾ ਪੈਲਿਊਸਿਡਾ ਲੇਅਰ ਨੂੰ ਬ੍ਰੇਕ ਕਰਦੇ ਨੇ। ਬਿਕੋਜ਼ ਜਿਹੜੀ ਜ਼ੋਨਾ ਪੈਲਿਊਸਿਡਾ ਲੇਅਰ ਹੈ ਇਹ ਬਹੁਤ ਟਫ ਲੇਅਰ ਹੈ, ਇਹ ਈਜ਼ੀਲੀ ਬ੍ਰੇਕ ਨਹੀਂ ਹੋ ਸਕਦੀ। ਠੀਕ ਹੈ, ਸੋ ਇਹਨੂੰ ਬ੍ਰੇਕ ਕਰਨ ਲਈ ਸਪੈਸ਼ਲ ਐਨਜ਼ਾਈਮਸ ਦੀ ਲੋੜ ਹੈ ਜੋ ਕਿ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ? ਇਨ ਦਾ ਐਕਰੋਜ਼ੋਮ ਆਫ ਦਾ ਸਪਰਮ। ਸੋ ਇਸ ਤੋਂ ਇਲਾਵਾ ਜਿਹੜੀ ਜ਼ੋਨਾ ਪੈਲਿਊਸਿਡਾ ਲੇਅਰ ਹੈ ਜਦੋਂ ਇੱਕ ਸਪਰਮ ਮੰਨ ਲਓ ਫੋਰ ਐਗਜ਼ਾਮਪਲ ਲਾਈਕ ਦਿਸ, ਜਿਵੇਂ ਸਪਰਮ ਜਿਹੜਾ ਹੈ ਇਹਦਾ ਹੈਡ ਰੀਜਨ ਜਿਹੜਾ ਹੈ
ਇਹ ਜ਼ੋਨਾ ਪੈਲੋਸਿਡਾ ਲੇਅਰ ਨੂੰ ਪੈਨੀਟ੍ਰੇਟ ਕਰਕੇ ਡਿਊ ਟੂ ਇਟਸ ਐਂਜ਼ਾਈਮ ਇਹਨੇ ਕੀ ਕੀਤਾ ਹੈ ਆਪਣੇ ਐਂਜ਼ਾਈਮਸ ਦੀ ਹੈਲਪ ਦੇ ਨਾਲ ਜ਼ੋਨਾ ਪੈਲੋਸਿਡਾ ਲੇਅਰ ਨੂੰ ਬ੍ਰੇਕ ਡਾਊਨ ਕੀਤਾ ਹੈ, ਉਹਨੂੰ ਬ੍ਰੇਕ ਕੀਤਾ ਹੈ ਤੇ ਅੰਦਰ ਇਹਦਾ ਹੈਡ ਰੀਜਨ ਕੱਲਾ ਹੈਡ ਹੀ ਜਾਊਗਾ ਕਿਉਂਕਿ ਹੈਡ ਦੇ ਵਿੱਚ ਹੀ ਇਹਦਾ ਕੰਟੈਂਟ ਦੈਟ ਮੀਨਸ ਅ ਨਿਊਕਲੀਅਸ ਚਾਹੀਦਾ ਹੈ ਆਪਾਂ ਨੂੰ ਓਵਮ ਨੂੰ ਨਿਊਕਲੀਅਸ ਚਾਹੀਦਾ ਹੈ ਫॉर ਫਰਟੀਲਾਈਜੇਸ਼ਨ। ਸੋ ਕੱਲਾ ਇਹਦਾ ਹੈਡ ਹੀ ਅੰਦਰ ਪੈਨੀਟ੍ਰੇਟ ਹੋਊਗਾ। ਸੋ ਹੁਣ ਜਿਹੜੇ ਐਂਜ਼ਾਈਮਸ ਨੇ ਫਰਦਰ ਕੀ ਹੋਊਗਾ ਜਿਹੜਾ ਜ਼ੋਨਾ ਪੈਲੋਸਿਡਾ ਲੇਅਰ ਹੈ ਆਪਣੀ ਜਿਹੜੇ ਬਾਕੀ ਹੋਰ ਸਪਰਮਸ ਹੋਣਗੇ ਉਹਨਾਂ ਨੂੰ ਇਹ ਅੰਦਰ ਐਂਟਰ ਨਹੀਂ ਹੋਣ ਦੇਗੀ। ਠੀਕ ਹੈ, ਜਸਟ ਵਨ ਸਪਰਮ ਓਨਲੀ ਐਂਟਰ, ਬਾਕੀ ਸਪਰਮਸ ਜਦੋਂ ਬਾਅਦ 'ਚ ਆਉਣਗੇ ਉਹ ਅੰਦਰ ਐਂਟਰ ਨਹੀਂ ਹੋ ਸਕਣਗੇ ਡਿਊ ਟੂ ਦ ਪ੍ਰੈਜ਼ੈਂਸ ਆਫ ਦਿਸ ਜ਼ੋਨਾ ਪੈਲੋਸਿਡਾ ਲੇਅਰ ਐਂਡ ਆਲਸੋ ਡਿਊ ਟੂ ਦ ਪ੍ਰੈਜ਼ੈਂਸ ਆਫ ਦੈਟ ਐਂਜ਼ਾਈਮ ਜਿਹਨੇ ਜਿਹੜੀ ਵਾਲ ਡਿਸਇੰਟੀਗ੍ਰੇਟ ਕੀਤੀ ਸੀ ਜ਼ੋਨਾ ਪੈਲੋਸਿਡਾ ਦੀ, ਕਿਉਂਕਿ ਇਹ ਸਰਟਨ ਚੇਂਜਿਸ ਜਿਹੜੇ ਮੈਂਬਰੇਨ ਦੇ ਵਿੱਚ ਉਹ ਅਕਰ ਹੋ ਜਾਂਦੇ ਨੇ ਡਿਊ ਟੂ ਦਿਸ ਮੈਥਡ। ਸੋ ਦਿਸ ਐਨਸ਼ੋਰਸ ਦੈਟ ਓਨਲੀ ਵਨ ਸਪਰਮ ਕੈਨ ਫਰਟੀਲਾਈਜ਼ ਐਨ ਓਵਮ। ਇਸ ਤੋਂ ਇਲਾਵਾ ਦ ਸਿਕ੍ਰੀਸ਼ਨ ਆਫ ਦ ਐਕਰੋਸੋਮ ਹੈਲਪਸ ਦ ਸਪਰਮ ਐਂਟਰ ਇਨਟੂ ਦ ਸਾਈਟੋਪਲਾਜ਼ਮ ਆਫ ਦ ਓਵਮ ਥਰੂ ਦ ਜ਼ੋਨਾ ਪੈਲੋਸਿਡਾ ਐਂਡ ਦ ਪਲਾਜ਼ਮਾ ਮੈਂਬਰੇਨ। ਜਿਹੜੀਆਂ ਇਹਦੀਆਂ ਸਿਕ੍ਰੀਸ਼ਨਸ ਨੇ ਐਕਰੋਸੋਮ ਦੀਆਂ ਉਹ ਸਪਰਮ ਨੂੰ ਹੈਲਪ ਕਰਦੀਆਂ ਨੇ ਓਵਮ ਦੇ ਸਾਈਟੋਪਲਾਜ਼ਮ ਦੇ ਵਿੱਚ ਐਂਟਰ ਹੋਣ ਲਈ ਬਾਈ ਬ੍ਰੇਕਿੰਗ ਦ ਜ਼ੋਨਾ ਪੈਲੋਸਿਡਾ ਐਂਡ ਪਲਾਜ਼ਮਾ ਮੈਂਬਰੇਨ ਆਫ ਦ ਓਵਮ। ਇਸ ਤੋਂ ਇਲਾਵਾ ਤੁਹਾਨੂੰ ਇੱਕ ਗੱਲ ਹੋਰ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਓਵਮ ਹੈ ਇਹਦੇ ਕੋਲ ਆਪਣਾ ਨਿਊਕਲੀਅਸ ਹੈ, ਆਪਣਾ ਸਾਈਟੋਪਲਾਜ਼ਮ ਹੈ, ਬਟ ਇਹਦੇ ਕੋਲ ਆਪਣਾ ਸੈਂਟਰੀਓਲ ਨਹੀਂ ਹੈਗਾ। ਬਟ ਜਿਹੜਾ ਸਪਰਮ ਹੈ ਸਪਰਮ ਦੇ ਕੋਲ ਇੱਕ ਤਾਂ ਆਪਣਾ ਨਿਊਕਲੀਅਸ ਹੈ ਇਨ ਹੈਡ ਰੀਜਨ, ਇਸ ਤੋਂ ਇਲਾਵਾ ਇਹਦੇ ਕੋਲ ਸੈਂਟਰੀਓਲ ਹੈ। ਸਪਰਮ ਦੇ ਕੋਲ ਸੈਂਟਰੀਓਲ ਕਿੱਥੇ ਪ੍ਰੈਜ਼ੈਂਟ ਹੁੰਦਾ ਇਹਦੇ ਨੈਕ ਰੀਜਨ ਦੇ ਕੋਲ। ਠੀਕ ਹੈ, ਸਪਰਮ ਦੇ ਕੋਲ ਇਹਦਾ ਜਿਹੜਾ ਨੈਕ ਰੀਜਨ ਆ ਉਹਦੇ ਕੋਲ ਇਹਦੇ ਕੀ ਪ੍ਰੈਜ਼ੈਂਟ ਹੁੰਦਾ ਹੈ ਸੈਂਟਰੀਓਲ। ਠੀਕ ਹੈ, ਸੋ ਓਵਮ ਦੇ ਕੋਲ ਸੈਂਟਰੀਓਲ ਨਹੀਂ ਹੈਗੀ। ਅੱਗੇ ਡਿਵੀਜ਼ਨਸ ਲਈ ਸੈਂਟਰੀਓਲ ਦੀ ਬਹੁਤ ਲੋੜ ਆ ਓਵਮ ਨੂੰ। ਸੋ ਉਹ ਸੈਂਟਰੀਓਲ ਕਿੱਥੋਂ ਮਿਲੂਗਾ ਇਹਨੂੰ ਸਪਰਮ ਤੋਂ। ਐਂਡ ਜਿਹੜਾ ਸਪਰਮ ਦਾ ਨਿਊਕਲੀਅਸ ਹੈ ਓਵਮ ਦਾ ਨਿਊਕਲੀਅਸ ਹੈ ਉਹ ਫਰਟੀਲਾਈਜ਼ ਹੋਣਗੇ, ਉਹ ਜ਼ਾਈਗੋਟ ਬਣਾਉਣਗੇ। ਨਾਓ ਜਦੋਂ ਆਹ ਵਾਲੀ ਸਟੇਜ ਕੰਪਲੀਟ ਹੋ ਗਈ ਦੈਟ ਮੀਨਸ ਫਰਟੀਲਾਈਜੇਸ਼ਨ ਹੋ ਗਈ ਓਵਮ ਦੀ ਅਤੇ ਸਪਰਮ ਦੀ, ਜਦੋਂ ਫਿਊਜ਼ਨ ਹੋ ਗਈ ਉਦੋਂ ਕੀ ਹੋਊਗਾ ਜਿਹੜੀ ਸੈਕਿੰਡ ਮਿਓਟਿਕ ਡਿਵੀਜ਼ਨ ਹੈ ਆਪਣੀ ਸੈਕੰਡਰੀ ਊਸਾਈਡ ਦੀ ਉਹ ਕੰਪਲੀਟ ਹੋ ਜੂਗੀ। ਹੁਣ ਤੱਕ ਜਿਹੜਾ ਸੈਕੰਡਰੀ ਊਸਾਈਡ ਸੀਗਾ ਉਹਨੇ ਫਸਟ ਮਿਓਟਿਕ ਡਿਵੀਜ਼ਨ 'ਤੇ ਕੰਪਲੀਟ ਕਰ ਲਈ ਸੀ ਪਹਿਲਾਂ ਹੀ, ਬਟ ਸੈਕੰਡਰੀ ਊਸਾਈਡ ਜਦੋਂ ਬਣਿਆ ਉਹ ਸੈਕਿੰਡ ਮਿਓਟਿਕ ਡਿਵੀਜ਼ਨ 'ਤੇ ਆ ਕੇ ਮੈਟਾਫੇਜ਼ 2 ਸਟੇਜ 'ਤੇ ਆ ਕੇ ਅਰੈਸਟਡ ਹੋ ਗਿਆ ਸੀ। ਬਟ ਬਾਈ ਦਿਸ ਟਾਈਮ ਨਾਓ ਜਿਹੜੀ ਉਹਦੀ ਸੈਕਿੰਡ ਮਿਓਟਿਕ ਡਿਵੀਜ਼ਨ ਆ ਸੈਕੰਡਰੀ ਊਸਾਈਡ ਦੀ ਉਹ ਪੂਰੀ ਤਰ੍ਹਾਂ ਕੰਪਲੀਟ ਹੋ ਜੂ। ਦੈਟ ਮੀਨਸ ਮੈਟਾਫੇਜ਼ 2 ਕੰਪਲੀਟ ਹੋ ਜੂ, ਐਨਾਫੇਜ਼ 2 ਐਂਡ ਆਲਸੋ ਟੀਲੋਫੇਜ਼ 2 ਵੀ ਕੰਪਲੀਟ ਹੋ ਜੂ। ਐਂਡ ਫਾਈਨਲੀ ਕੀ ਫਾਰਮ ਹੋਊਗਾ ਇਟ ਫਾਰਮਸ ਹੈਪਲੋਇਡ ਓਵਮ ਜਿਹਨੂੰ ਆਪਾਂ ਊਟਿਡ ਵੀ ਕਹਿ ਸਕਦੇ ਹਾਂ ਐਂਡ ਆਲਸੋ ਇਟ ਫਾਰਮ ਸੈਕਿੰਡ ਪੋਲਰ ਬੋਡੀ। ਸੋ ਦੋ ਚੀਜ਼ਾਂ ਬਣਨਗੀਆਂ ਬਟ ਮੇਨ ਆਪਣਾ ਕੀ ਹੈ ਓਵਮ ਜਿਹਨੇ ਕਿ ਸਪਰਮ ਦੇ ਨਾਲ ਹੁਣ ਫਰਟੀਲਾਈਜੇਸ਼ਨ ਕਰਨੀ ਹੈ। ਠੀਕ ਹੈ, ਸੋ ਕਿ ਆਪਾਂ ਦੇਖਿਆ ਫਰਟੀਲਾਈਜੇਸ਼ਨ ਹੋ ਗਈ, ਸਪਰਮ ਜਿਹੜਾ ਸੀ ਉਹ ਓਵਮ ਦੇ ਕੰਟੈਕਟ 'ਚ ਆਇਆ। ਆਈ ਮੀਨ ਟੂ ਸੇ ਦੈਟ ਓਵਮ ਅਜੇ ਬਣਿਆ ਨਹੀਂ ਸੀਗਾ, ਅਜੇ ਉਹ ਸੈਕੰਡਰੀ ਊਸਾਈਡ ਸੀਗਾ, ਬਟ ਜਦੋਂ ਸਪਰਮ ਸੈਕੰਡਰੀ ਊਸਾਈਡ ਦੇ ਕੰਟੈਕਟ ਵਿੱਚ ਆਇਆ ਅਤੇ ਉਹ ਅਤੇ ਜਦੋਂ ਇਹਨਾਂ ਦੋਵਾਂ ਦੇ ਨਿਊਕਲੀਅਸ ਦੀ ਫਿਊਜ਼ਨ ਹੋਈ ਇਹਨਾਂ ਨੇ ਕੀ ਫਾਰਮ ਕੀਤਾ ਇੱਕ ਮਤਲਬ ਕਿ ਫਾਈਨਲੀ ਇੱਕ ਓਵਮ ਬਣ ਗਿਆ। ਦੈਟ ਮੀਨਸ ਸੈਕਿੰਡ ਮਿਓਟਿਕ ਡਿਵੀਜ਼ਨ ਕੰਪਲੀਟ ਹੋ ਗਈ ਸੈਕੰਡਰੀ ਊਸਾਈਡ ਦੀ ਐਂਡ ਜਿਹੜਾ ਓਵਮ ਹੈ ਉਹਦੀ ਫਿਊਜ਼ਨ ਹੁਣ ਫਾਈਨਲੀ ਸਪਰਮ ਦੇ ਨਾਲ ਹੋਊਗੀ ਐਂਡ ਇਟ ਵਿਲ ਮੇਕ ਜ਼ਾਈਗੋਟ, ਡਿਪਲੋਇਡ ਜ਼ਾਈਗੋਟ ਬਣੂਗਾ। ਹੁਣ ਜਿਹੜੀ ਇਹਨਾਂ ਦੀ ਫਰਟੀਲਾਈਜੇਸ਼ਨ ਹੈ ਉਹ ਕੰਪਲੀਟ ਹੋ ਚੁੱਕੀ ਹੈ। ਐਂਪਲਰੀ ਆਪਾਂ ਮਤਲਬ ਬੇਸਿਕਲੀ ਆਪਾਂ ਐਂਪਲਰੀ ਰੀਜਨ ਕਹਿੰਦੇ ਹਾਂ ਬਟ ਕਰੈਕਟ ਜੇ ਆਪਾਂ ਕਹੀਏ ਐਂਪਲਰੀ ਇਸਥਮਿਕ ਜਿਹੜਾ ਜੰਕਸ਼ਨ ਹੈ ਦੈਟ ਮੀਨਸ ਫਲੈਪੀਅਨ ਟਿਊਬ ਦਾ ਜਿਹੜਾ ਐਂਪਲਰੀ ਇਸਥਮਿਕ ਜੰਕਸ਼ਨ ਹੈ ਉੱਥੇ ਫਰਟੀਲਾਈਜੇਸ਼ਨ ਪੂਰੀ ਤਰ੍ਹਾਂ ਕੰਪਲੀਟ ਹੋ ਗਈ ਹੈ। ਹੁਣ ਅੱਗੇ ਫਰਦਰ ਜਿਹੜਾ ਜਿਹੜਾ ਆਪਣਾ ਜ਼ਾਈਗੋਟ ਹੈ ਅੱਗੇ ਫਰਦਰ ਮੂਵ ਕਰੂਗਾ ਅਤੇ ਅੱਗੇ ਉਹ ਪਹੁੰਚੂਗਾ ਫॉर ਇਟਸ ਇੰਪਲਾਂਟੇਸ਼ਨ। ਠੀਕ ਹੈ, ਸੋ ਇਸਥਮਸ ਤੋਂ ਅੱਗੇ ਮੂਵ ਕੀਤਾ, ਇਸਥਮਸ ਆਫ ਦ ਓਵੀਡਕਟ ਤੋਂ ਅੱਗੇ ਮੂਵ ਕੀਤਾ ਅਤੇ ਉਹਦੀ ਕਲੀਵੇਜ ਹੋਊਗੀ ਟੂਵਰਡਸ ਦ ਯੂਟਰਸ। ਜਦੋਂ ਉਹਦੀ ਕਲੀਵੇਜ ਹੋਊਗੀ ਇਟ ਵਿਲ ਫਾਰਮ ਵੇਰੀਅਸ ਨੰਬਰ ਆਫ ਸੈਲਸ ਐਜ਼ ਸ਼ੋਨ ਇਨ ਦਿਸ ਡਾਇਗਰਾਮ। ਸਭ ਤੋਂ ਪਹਿਲਾਂ ਸੋ ਇਸ ਡਾਇਗਰਾਮ ਵਿੱਚ ਤੁਸੀਂ ਦੇਖ ਸਕਦੇ ਹੋ ਦਿਸ ਇਜ਼ ਓਵਮ, ਇਹ ਓਵਮ ਹੈ, ਸਪਰਮ ਆਇਆ, ਸਪਰਮ ਦੀ ਫਰਟੀਲਾਈਜੇਸ਼ਨ ਹੋਈ, ਜ਼ਾਈਗੋਟ ਬਣਿਆ। ਦੈਨ ਇਹਦੇ ਵਿੱਚ ਜਿਹੜੀ ਕਲੀਵੇਜ ਹੁੰਦੀ ਪਈ ਇਹਦੇ ਵਿੱਚ ਸਰਟਨ ਸਟੇਜਸ ਸੈਲ ਦੀਆਂ ਸਟੇਜਸ ਹੁੰਦੀਆਂ ਜਿਵੇਂ 2 ਸੈਲ ਸਟੇਜ, 4 ਸੈਲ ਸਟੇਜ, 8 to 16 ਸੈਲ ਸਟੇਜ। ਠੀਕ ਹੈ, ਸੋ ਜਦੋਂ ਆਹ ਸਟੇਜਸ ਆਉਣਗੀਆਂ
ਜਿਹੜੇ ਆ 2 ਸੈਲਸ ਬਣਦੇ ਪਏ ਨੇ ਜਾਂ ਫਿਰ 4 ਸੈਲਸ ਬਣਦੇ ਪਏ ਜਾਂ 8 to 16 ਸੈਲਸ ਬਣਦੇ ਨੇ, ਇਹਨਾਂ ਨੂੰ ਆਪਾਂ ਇੱਕ ਨੇਮ ਦਿੱਤਾ, ਇਹਨਾਂ ਨੂੰ ਆਪਾਂ ਕੀ ਕਹਾਂਗੇ, ਬਲਾਸਟੋਮੀਅਰਸ। ਠੀਕ ਹੈ। ਐਂਡ ਇਸ ਤੋਂ ਇਲਾਵਾ ਲੈਟ ਮੀ ਟੈਲ ਯੂ ਵਨ ਥਿੰਗ, ਜਿਹੜੀ ਜਦੋਂ ਆ 8 to 16 ਸੈਲ ਸਟੇਜ ਆਊਗੀ ਨਾ, ਜਦੋਂ ਆ 18 to 16 ਸੈਲ ਸਟੇਜ ਆਊਗੀ, ਉਸ ਸਟੇਜ ਨੂੰ ਆਪਾਂ ਕੀ ਕਹਾਂਗੇ, ਮੋਰੂਲਾ ਸਟੇਜ। ਦ ਐਮਬ੍ਰੀਓ ਵਿਦ 8 to 16 ਬਲਾਸਟੋਮੀਅਰ ਇਜ਼ ਨੋਨ ਐਜ਼ ਮੋਰੂਲਾ। ਅੱਗੇ ਜਾ ਕੇ ਆ ਜਿਹੜਾ ਮੋਰੂਲਾ ਹੈ, ਇਟ ਕੰਟੀਨਿਊ ਟੂ ਡਿਵਾਈਡ, ਅੱਗੇ ਜਾ ਕੇ ਇਹ ਡਿਵਾਈਡ ਹੁੰਦਾ ਰਹੂਗਾ ਐਂਡ ਇਟ ਵਿਲ ਗੈਟ ਟਰਾਂਸਫਾਰਮ ਇਨਟੂ ਬਲਾਸਟੋਸਿਸਟ। ਇੱਕ ਇਹਦੇ ਵਿੱਚ ਕਨਵਰਟ ਹੋ ਜਾਊਗਾ ਇੱਕ ਬਲਾਸਟੋਸਿਸਟ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਬਟ ਜਦੋਂ ਆ ਮੋਰੂਲਾ ਬਣੂਗਾ, ਠੀਕ ਹੈ, ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਆਲੇ ਦੁਆਲੇ ਲੇਅਰ ਜਿਹੜੀ ਜ਼ੋਨਾ ਪੈਲਿਸਿਡਾ ਦੀ ਲੇਅਰ ਵੀ ਪ੍ਰੈਜ਼ੈਂਟ ਹੈਗੀ ਆ, ਲੇਅਰ ਵੀ ਪ੍ਰੈਜ਼ੈਂਟ ਹੈਗੀ ਨੇ। ਇਸ ਤੋਂ ਇਲਾਵਾ ਜਦੋਂ ਆ ਮੋਰੂਲਾ ਬਣਿਆ, ਮੋਰੂਲਾ ਬਣਨ ਤੋਂ ਬਾਅਦ ਸਰਟਨ ਚੇਂਜਿਸ ਆਉਣਗੇ। ਕਿਹੜੇ ਚੇਂਜਿਸ ਹੋਣਗੇ ਉਹ, ਕਿ ਜਿਹੜੇ ਬਲਾਸਟੋਮੀਅਰ ਸੀਗੇ, ਠੀਕ ਹੈ, ਉਹ ਜਿਹੜੇ ਮੋਰੂਲਾ ਦੇ ਸੈਲਸ ਜਿਹੜੇ ਸੀਗੇ ਹੈ ਨਾ, ਉਹ ਆਪਣੇ ਆਪ ਨੂੰ ਅਰੇਂਜ ਕਰ ਲੈਣਗੇ। ਕਿੱਦਾਂ ਅਰੇਂਜ ਕਰਨਗੇ, ਦ ਬਲਾਸਟੋਮੀਅਰਸ ਇਨ ਦ ਬਲਾਸਟੋਸਿਸਟ ਆਰ ਅਰੇਂਜਡ ਇਨਟੂ ਅ ਆਊਟਰ ਲੇਅਰ ਕਾਲਡ ਟ੍ਰੋਪੋਬਲਾਸਟ। ਕਿਹਦੇ ਵਿੱਚ ਉਹ ਫਾਰਮ ਹੋ ਜਾਣਗੇ, ਟ੍ਰੋਪੋਬਲਾਸਟ ਦੇ ਵਿੱਚ। ਐਂਡ ਜਿਹੜੀ ਉਹਦੀ ਇਨਰ ਲੇਅਰ ਸੈੱਲ ਹੋਗੀ ਉਹ ਕੀ ਬਣਾਊਗੀ, ਇਨਰ ਸੈੱਲ ਮਾਸ। ਠੀਕ ਹੈ। ਸੋ ਦਿਸ ਇਜ਼ ਦ ਲਾਈਕ ਦਿਸ। ਆ ਜਿਹੜੀ ਲੇਅਰ ਆ ਕਿਹੜੀ ਹੋਗੀ, ਟ੍ਰੋਪੋਬਲਾਸਟ, ਇਹਨੂੰ ਆਪਾਂ ਕਹਾਂਗੇ ਟ੍ਰੋਪੋਬਲਾਸਟ। ਐਂਡ ਜਿਹੜੀ ਅੰਦਰ ਵਾਲੀ ਲੇਅਰ ਹੋਗੀ, ਸੈੱਲ ਜਿਹੜਾ ਮਾਸ ਹੋ ਗਿਆ ਸੈਲਸ ਦਾ, ਉਹਨੂੰ ਆਪਾਂ ਕਹਾਂਗੇ ਇਨਰ ਸੈੱਲ ਮਾਸ। ਠੀਕ ਹੈ। ਸੋ ਆਊਟਰ ਲੇਅਰ ਨੂੰ ਟ੍ਰੋਪੋਬਲਾਸਟ ਕਹਿ ਦਾਂਗੇ ਆਪਾਂ, ਐਂਡ ਇਨਰ ਸੈੱਲ ਲੇਅਰ ਨੂੰ ਆਪਾਂ ਇਨਰ ਸੈੱਲ ਮਾਸ ਕਹਿ ਦਾਂਗੇ। ਠੀਕ ਹੈ। ਸੋ ਦੋ ਰੀਜਨ 'ਚ ਜਿਹੜੇ ਸੈਲਸ ਨੇ ਉਹ ਡਿਸਟਿੰਗੁਇਸ਼ ਹੋ ਗਏ ਨੇ। ਹੁਣ ਆ ਜਿਹੜੀ ਟ੍ਰੋਪੋਬਲਾਸਟ ਹੈ, ਇਹ ਆਪਣੇ ਹਿਸਾਬ ਨਾਲ ਡਿਵਾਈਡ ਹੋਊਗੀ, ਆਪਣੇ ਆਪ ਨੂੰ ਗਰੋ ਕਰੂਗੀ, ਆਪਣੇ ਆਪ ਨੂੰ ਡਿਵਾਈਡ ਕਰੂਗੀ। ਅਤੇ ਆ ਜਿਹੜੇ ਇਨਰ ਸੈੱਲ ਮਾਸ ਨੇ, ਇਹ ਆਪਣੇ ਅਕੋਰਡਿੰਗ ਆਪਣੇ ਹਿਸਾਬ ਦੇ ਨਾਲ ਅੱਗੇ ਡਿਵਾਈਡ ਹੋਣਗੇ। ਇਸ ਤੋਂ ਇਲਾਵਾ ਜਿਹੜੀ ਆ ਟ੍ਰੋਪੋਬਲਾਸਟ ਲੇਅਰ, ਇਹਦਾ ਮੇਨ ਕੰਮ ਕੀ ਆ, ਕਿ ਜਿਹੜੀ ਆ ਟ੍ਰੋਪੋਬਲਾਸਟ ਲੇਅਰ ਆ, ਇਟ ਗੈਟਸ ਅਟੈਚ ਟੂ ਦ ਐਂਡੋਮੈਟਰੀਅਮ। ਇਹਦਾ ਕੰਮ ਕੀ ਹੈ ਕਿ ਇਹਨੇ ਜਿਹੜੀ ਯੂਟਰਸ ਦੀ ਜਿਹੜੀ ਐਂਡੋਮੈਟਰੀਅਮ ਲੇਅਰ ਆ, ਠੀਕ ਹੈ, ਉਹਦੇ ਨਾਲ ਇਹਨੇ ਆਪਣੇ ਆਪ ਨੂੰ ਅਟੈਚ ਕਰ ਲੈਣਾ ਹੈ। ਠੀਕ ਹੈ, ਆਪਣੇ ਆਪ ਨੂੰ ਇਹਨੇ ਇੰਪਲਾਂਟ ਕਰ ਲੈਣਾ ਹੈ। ਕਿਉਂ, ਕਿਉਂਕਿ ਅੱਗੇ ਜਾ ਕੇ ਜਿਹੜਾ ਆ ਇਨਰ ਸੈੱਲ ਮਾਸ ਹੈ, ਜਿਹਨੇ ਕਿਹਦੇ ਵਿੱਚ ਕਨਵਰਟ ਹੋਣਾ ਹੈ, ਇਨਰ ਸੈੱਲ ਮਾਸ ਨੇ ਕਨਵਰਟ ਹੋਣਾ ਹੈ ਐਮਬ੍ਰੀਓ ਦੇ ਵਿੱਚ। ਇਨਰ ਸੈੱਲ ਮਾਸ ਨੇ ਕਿਹਦੇ ਵਿੱਚ ਕਨਵਰਟ ਹੋਣਾ ਹੈ, ਐਮਬ੍ਰੀਓ ਦੇ ਵਿੱਚ। ਸੋ ਦੈਟ ਆ ਜਿਹੜਾ ਇਨਰ ਸੈੱਲ ਮਾਸ ਹੈ, ਇਹ ਕੀ ਫਾਰਮ ਕਰ ਸਕੇ, ਐਮਬ੍ਰੀਓ, ਜਿਹਨੂੰ ਨਿਊਟ੍ਰੀਸ਼ਨ ਦੀ ਲੋੜ ਹੈ। ਹੁਣ ਆ ਨਿਊਟ੍ਰੀਸ਼ਨ ਕੌਣ ਦੇਗਾ, ਐਂਡੋਮੈਟਰੀਅਮ ਦੀ ਲੇਅਰ ਦੇਊਗੀ ਯੂਟਰਸ ਦੀ। ਸੋ ਜਦ ਤੱਕ ਉਹ ਪ੍ਰੋਪਰਲੀ ਇੰਪਲਾਂਟ ਨਹੀਂ ਹੋਊਗਾ, ਤਦ ਤੱਕ ਉਹਨੂੰ ਨਿਊਟ੍ਰੀਸ਼ਨ ਨਹੀਂ ਮਿਲੂਗੀ। ਸੋ ਟ੍ਰੋਪੋਬਲਾਸਟ ਜਿਹੜਾ ਹੈ, ਬੇਸਿਕਲੀ ਇਟਸ ਫੰਕਸ਼ਨ ਇਜ਼ ਟੂ ਗੈਟ ਅਟੈਚ ਟੂ ਦ ਐਂਡੋਮੈਟਰੀਅਮ ਲੇਅਰ, ਤਾਂ ਕਿ ਉਹ ਜਿਹੜਾ ਇਨਰ ਸੈੱਲ ਮਾਸ ਆ, ਜਿਹੜਾ ਫਿਊਚਰ 'ਚ ਐਮਬ੍ਰੀਓ ਬਣਾਊਗਾ, ਉਹਨੂੰ ਕੀ ਪ੍ਰੋਵਾਈਡ ਕਰ ਸਕੇ, ਇਹ ਨਿਊਟ੍ਰੀਸ਼ਨ। ਠੀਕ ਹੈ। ਸੋ ਦਿਸ ਇਜ਼ ਦ basic idea behind this concept. So after attachment, the uterine cells divide rapidly and covers the blastocyst. As a result, the blastocyst becomes embedded in the endometrium of the uterus. Blastocyst ਜਿਹੜੀ ਉਹ ਪੂਰੀ ਤਰ੍ਹਾਂ embedded ਹੋ ਜੂਗੀ endometrium layer, uterus ਦੀ endometrium layer ਦੇ ਵਿੱਚ। ਇਹਨੂੰ ਆਪਾਂ ਕੀ ਕਹਾਂਗੇ, implantation, and it confirms the pregnancy. It leads to pregnancy. ਸੋ ਅੱਜ ਜਦੋਂ ਜ਼ਾਈਗੋਟ ਬਣਦਾ ਹੈ, ਡਿਊਰਿੰਗ ਦ ਫਾਰਮੇਸ਼ਨ ਆਫ ਜ਼ਾਈਗੋਟ, ਦ ਸੈਕਸ ਆਫ ਦ ਬੇਬੀ ਹੈਜ਼ ਬੀਨ ਡਿਸਾਈਡਡ। ਠੀਕ ਹੈ, ਜਦੋਂ ਜ਼ਾਈਗੋਟ ਬਣਦਾ ਹੈ, ਉਦੋਂ ਹੀ ਵੈਦਰ ਦ ਬੇਬੀ ਸ਼ੁੱਡ ਬੀ ਮੇਲ ਔਰ ਫੀਮੇਲ, ਉਹ ਉਦੋਂ ਹੀ ਡਿਸਾਈਡ ਹੋ ਜਾਂਦਾ ਹੈ। ਸੋ ਐਜ਼ ਯੂ ਨੋ ਦੈਟ ਜਿਹੜਾ ਹਿਊਮਨ ਫੀਮੇਲ ਹੈ, ਉਹਦਾ ਕ੍ਰੋਮੋਸੋਮਲ ਪੈਟਰਨ ਹੈ XX, ਐਂਡ ਜਿਹੜਾ ਹਿਊਮਨ ਮੇਲ ਹੈ, ਉਹਦਾ ਕ੍ਰੋਮੋਸੋਮਲ ਪੈਟਰਨ ਹੈ XY। ਸੋ all the haploid gametes are produced by the female, that means ova, have the sex chromosome X. ਉਹਨਾਂ ਦੇ ਕੋਲ ਕਿਹੜਾ sex chromosome ਹੈ, X. whereas ਜਿਹੜੇ male gametes ਨੇ, that means sperms ਨੇ, ਉਹਨਾਂ ਦੇ ਕੋਲ ਕਿਹੜਾ sex chromosome ਹੈ, either X or Y. ਠੀਕ ਹੈ। ਸੋ ਮਦਰ ਦੇ ਕੋਲ X ਤੇ ਹੈ, ਬਟ ਜਿਹੜਾ ਫਾਦਰ ਹੈ ਉਹਦੇ ਕੋਲ either X ਹੋ ਸਕਦਾ ਹੈ ਜਾਂ Y ਹੋ ਸਕਦਾ ਹੈ, ਜੋ ਉਹ ਅੱਗੇ ਜਾ ਕੇ ਕੰਟਰੀਬਿਊਟ ਕਰੇਗਾ। ਠੀਕ ਹੈ। ਸੋ we can see that ਜਿਹੜੇ ਗੈਮੇਟਸ ਨੇ, ਠੀਕ ਹੈ, ਜਿਹੜੇ ਗੈਮੇਟਸ ਦੈਟ ਮੀਨਸ ਰਿਪਰੋਡਕਟਿਵ ਸੈਲਸ ਨੇ, ਇਨ ਕੇਸ ਆਫ ਫਾਦਰ ਦੇ ਆਰ ਆਈਦਰ X ਔਰ Y, ਐਂਡ ਇਨ ਕੇਸ ਆਫ ਮਦਰ ਦੇ ਆਰ XX। ਸੋ ਜਦੋਂ
ਜਿਹੜਾ ਫਾਦਰ ਦੀ ਐਕਸ ਦੀ ਫਿਊਜ਼ਨ, ਜਦੋਂ ਫਾਦਰ ਦੇ ਐਕਸ ਦੀ ਫਿਊਜ਼ਨ ਮਦਰ ਦੇ ਐਕਸ ਦੇ ਨਾਲ ਹੁੰਦੀ ਹੈ ਉਦੋਂ ਕੀ ਫਾਰਮ ਹੁੰਦਾ ਹੈ, ਫੀਮੇਲ ਚਾਈਲਡ। ਐਂਡ ਜਦੋਂ ਫਾਦਰ ਦੇ ਵਾਈ ਕ੍ਰੋਮੋਜ਼ੋਮ ਦੀ ਫਿਊਜ਼ਨ ਮਦਰ ਦੇ ਐਕਸ ਕ੍ਰੋਮੋਜ਼ੋਮ ਦੇ ਨਾਲ ਹੁੰਦੀ ਹੈ ਉਦੋਂ ਕੀ ਫਾਰਮ ਹੁੰਦਾ ਹੈ, ਮੇਲ ਚਾਈਲਡ। ਠੀਕ ਹੈ, ਸੋ ਆਪਾਂ ਕਹਿ ਸਕਦੇ 50-50% ਚਾਂਸਿਸ ਆਰ ਦੇਅਰ ਕਿ ਵੈਦਰ ਜਿਹੜਾ ਡਿਵੈਲਪਿੰਗ ਜ਼ਾਈਗੋਟ ਹੈ ਅੱਗੇ ਜਾ ਕੇ ਉਹ ਮੇਲ ਬੇਬੀ ਪ੍ਰੋਡਿਊਸ ਕਰਦਾ ਜਾਂ ਫੀਮੇਲ ਬੇਬੀ ਪ੍ਰੋਡਿਊਸ ਕਰਦਾ। ਸੋ ਦੇਰ ਇਜ਼ 50-50% ਪ੍ਰੋਬੇਬਿਲਿਟੀ ਆਫ ਅ ਫੀਮੇਲ ਚਾਈਲਡ ਐਂਡ ਆਲਸੋ ਮੇਲ ਚਾਈਲਡ। ਸੋ ਯੂ ਕੈਨ ਸੀ ਇਹਦੇ ਵਿੱਚ ਜਸਟ ਜਿਹੜਾ ਵੀ ਹੈ ਆਪਾਂ ਦੇਖ ਸਕਦੇ ਹਾਂ ਕਿ ਆਫਨ ਆਪਣੀ ਸੁਸਾਇਟੀ ਦੇ ਵਿੱਚ ਈਵਨ ਫੀਮੇਲਸ ਨੂੰ ਰਿਸਪੋਂਸੀਬਲ ਮੰਨਿਆ ਜਾਂਦਾ ਹੈ ਫॉर ਗਿਵਿੰਗ ਬਰਥ ਟੂ ਅ ਗਰਲ ਚਾਈਲਡ, ਬਟ ਆ ਜਨਮ ਤੋਂ ਬਾਅਦ ਵੀ ਵਿਲ ਨਾਟ ਸੇ ਦੈਟ ਕਿ ਮਦਰ ਇਜ਼ ਰਿਸਪੋਂਸੀਬਲ। कौन रिस्पॉन्सिबल है, फादर। सो वी कैन से scientifically we have proven that the sex of the baby is determined by the father and not by the mother.